थाना सदर फूलनगर के इलाके नत्थे खालसा में दुकानदार वकास अहमद को पुलिस कांस्टेबल इरफान को उधार सौदा न देना महंगा पड़ गया। तफसीलात के मुताबिक वकास अहमद ने नत्थे खालसा में कुरियाने की दुकान बना रखी है। इरफान कांस्टेबल जो कि थाना सदर फूलनगर की चौकी देनानाथ में मुलाजिम है, जो कि वकास से वक्तन फवक्तन सौदा ली जाया करता था। जब काफ़ी रकम कांस्टेबल इरफान की तरफ बन गई तो इरफान फिर सौदा लेने आया तो वकास ने मुख्तलिफ माइक्रो फाइनेंस कंपनियों से उधार लिया हुआ था। तो वकास ने इरफान कांस्टेबल से कहा कि भाई आज बकाया रकम मुझे लाजमी दो, मैंने बैंक की किस्त जमा करवानी है। तो इरफान कांस्टेबल ने कहा कि तुम्हें पैसे देते हैं, मेरे पीछे मोटरसाइकिल पर बैठ जाओ। इरफान कांस्टेबल के एक नामालूम कांस्टेबल वकास को बिठाकर चौकी देनानाथ ले जाते हैं। तो जब वकास दुकान से घर नहीं आता तो वकास की वालिदा वकास की दुकान पर जाती हैं तो वकास वहाँ नहीं होता। तो इस दौरान चौकी देनानाथ में फ़ोन आता है कि आपका बेटा वकास हमारे पास है और मंशियात बेचता हुआ पकड़ा गया है। वकास की वालिदा चौकी जाती है तो उसे कहा जाता है कि पैसों का बंदोबस्त करो, आपके बेटे को छोड़ देंगे। वकास के घर वाले गरीब हैं, पैसा कहाँ से देते। जब पैसा ना दे पाए तो 1400 ग्राम चर्च डालकर एनसी का पर्चा दे दिया गया। वकास अपने वालिदैन, दादा दादी और अपनी बीवी बच्चों का वाहिद सहारा है। अहलियाने गांव नत्था खालसा के बाअसरार शख्सियात से जब वकास के बारे में पूछगछ की गई तो उन्होंने बताया कि हम वकास और उसके घर वालों को बहुत अरसे से जानते हैं। इस फैमिली का दूर दूर तक मंशियात से कोई ताल्लुक नहीं है। हम अहलियाने गांव डीपी और कसूरवार निगरान वज़ीर आला पंजाब से मुतालबा करते हैं कि वकास को फौरी रिहा किया जाए और इरफान कांस्टेबल जैसे महकमा पुलिस के नाम पर बदनामी का दाग है और उनको सख्त से सख्त सज़ा दी जाए। मेरे पुत्र दे ना 3 ਤੋਂ 4 ਸਾਲ ਦੀ ਨਾ ਦੁਕਾਨ ਹੈ ਪਰਚੂਨ ਦੀ। ਤਕਰੀਬਨ 10 ਤੋਂ ਲੈ ਕੇ 11 ਦਾ ਟਾਈਮ ਹੈ। ਮੇਰਾ ਪੁੱਤਰ ਦੁਕਾਨ ਬੰਦ ਕਰਕੇ ਘਰ ਲਗਾ ਆਂਦਾ। ਪਿੱਛੋਂ 2 ਮੋਟਰਸਾਈਕਲ ਆਈਆਂ ਨੇ, ਉਹਨਾਂ ਆਣ ਕੇ ਆਵਾਜ਼ ਮਾਰੀ ਵਿਕਾਸ ਨੇ ਕਿ ਜੀ ਇਹ ਗੱਲ ਸੁਣ। ਉਹ ਵਾਪਸ ਹਟਿਆ ਗੱਲ ਸੁਣਨ ਵਾਸਤੇ। ਉਹਨਾਂ ਨੇ ਮੋਟਰਸਾਈਕਲ ਤੇ ਬਹਿ ਜਿਹੜਾ ਇਰਫਾਨ ਮੁਲਾਜ਼ਮ ਨੇ ਸਾਡੇ ਨਾਲ ਦੇ ਪਿੰਡ ਦਾ, ਇਹਨੇ ਗੱਲ ਕੀਤੀ ਅਸੀਂ ਸੌਦਾ ਲੈਣਾ ਹੈ ਤੇ ਉੱਥੇ ਦੁਕਾਨ ਤੇ ਚੱਲ। ਉਹਨੇ ਕਿਹਾ ਪਹਿਲਾਂ ਪਿਛਲੇ ਪੈਸੇ ਦਾ ਦੇ ਤੇ ਫਿਰ ਤੈਨੂੰ ਸੌਦਾ ਅੱਗੇ ਵੀ ਦੇ ਦਿਆਂਗੇ। ਉਹਨੂੰ ਮੁੰਡਾ ਬੋਲਿਆ ਅੱਗੇ ਬਹਿ ਤੂੰ ਦੇ ਦਿਆਂਗਾ, ਪੈਸੇ ਦੇਣੇ ਕਿਉਂ ਨਹੀਂ, ਇੱਥੇ ਦਿਹਾੜੀ ਲੱਗਦੀ ਤੈਨੂੰ ਦੇ ਦੇਣਾ। ਉਹਨੂੰ ਮੋਟਰਸਾਈਕਲ ਤੇ ਪਾਇਆ ਨੇ, ਸਾਨੂੰ ਨਹੀਂ ਪਤਾ ਲੱਗਾ ਕਿੱਥੇ ਲੈ ਗਏ। ਸਾਨੂੰ ਤਕਰੀਬਨ ਘੰਟੇ ਡੇਢ ਦੇ ਵਿੱਚ ਉਹਨਾਂ ਨੇ ਫੋਨ ਕਰ ਦਿੱਤਾ ਕਿ ਤੁਹਾਡਾ ਮੁੰਡਾ ਨਾ ਇੱਥੇ ਚੌਂਕੀ ਲੈ ਆਉਂਦਾ ਸੀ ਫੜ ਕੇ। ਕਾਹਦੇ 'ਚ ਜੀ? ਮਨਸ਼ਿਆਤ 'ਚ। ਮਨਸ਼ਿਆਤ ਕਿਹੜੀ? ਉਹ ਜਿਹੜੀ ਚਰਸ ਹੈ ਵੇਚਦੇ ਨੇ। ਇੱਕ ਮੈਂ, ਇੱਕ ਮੇਰਾ ਭਾਈ ਹੈ ਗੁਆਂਢੀ, ਇੱਕ ਮੇਰਾ ਬੰਦਾ ਹੈ, ਅਸੀਂ ਤਿੰਨੇ ਜਣੇ ਗਏ ਚਲੇ ਹਾਂ। ਅਸੀਂ ਜਾ ਕੇ ਪੁੱਛਿਆ ਵੀ ਇਹਨੂੰ ਕਾਹਦੇ 'ਚ ਫੜ ਕੇ ਲੈ ਕੇ ਆਉਂਦਾ? ਇਹਨੂੰ ਜੀ ਚਰਸ 'ਚ ਲੈ ਕੇ ਆਉਂਦਾ। ਮੈਂ ਕਿਹਾ ਮੇਰਾ ਪੁੱਤਰ ਇਹ ਕੰਮ ਨਹੀਂ ਕਰਦਾ। ਉਹਨਾਂ ਕਿਹਾ ਤੁਹਾਡਾ ਪੁੱਤਰ ਨਹੀਂ ਨਾ ਕੰਮ ਕਰਦਾ ਤੇ ਅਸੀਂ ਇਹਨੂੰ ਚਰਸ 'ਚ ਲੈ ਕੇ ਆਉਂਦਾ। ਸਾਡੇ ਨਾਲ ਬਹਿਸ ਬਸਈਆ ਕੀਤਾ ਨੇ, ਸਾਨੂੰ ਧੱਕੇ ਮਾਰ ਕੇ ਚੌਂਕੀਆਂ ਬਾਹਰ ਕੱਢ ਦਿੱਤਾ। ਚੌਂਕੀਆਂ ਬਾਹਰ ਕੱਢ ਦਿੱਤਾ ਨੇ। ਅਸੀਂ ਰਾਤ ਪਰੇਸ਼ਾਨੀ ਦੀ ਗੁਜ਼ਾਰੀ ਹੈ ਜਿਸ ਵੇਲੇ ਤੇ ਅਸੀਂ ਆਪ ਦਵਾਈ ਕੀਤੀ ਸਾਡੇ ਕੋਲ ਪਿੰਡ 'ਚ ਸੁਣੇਗਾ। ਅਸੀਂ ਇਹ ਵੀ ਆਖਿਆ ਕਿ ਅਸੀਂ ਨਾ ਪਿੰਡ ਦੇ ਬੰਦੇ ਕੋ 4 ਲੈ ਕੇ ਕਰਾਨੀ ਮਾਨੀਏ ਫੈਸਲਾ ਦਿੰਦੇ ਹਾਂ। ਉਹਨਾਂ ਨੇ ਕਿਸੇ ਬੰਦੇ ਦੇ ਥਰੂ ਸਾਨੂੰ ਫੋਨ ਕਰਵਾਇਆ ਕਿ ਸਾਨੂੰ ਲੱਖ ਰੁਪਈਆ ਦਿਓ ਤੇ ਵਕਾਸ ਨੂੰ ਲੈ ਜਾਓ। ਅਸੀਂ ਕਿਹਾ ਜੇ ਅਸੀਂ ਲੱਖ ਦੇਣ ਜੋਗੇ ਹੋਈਏ ਨਾ ਤੇ ਅਸੀਂ ਆਹ ਨਾ ਦਾਰਿਆਂ, ਆਹ ਸਾਡੇ ਦਾਰਿਆਂ ਦੀਆਂ ਕਾਪੀਆਂ ਵੇਖੋ, ਮੇਰੇ ਪੁੱਤਰ ਦੇ ਨਾਂ ਨੇ, ਆਹ ਮੇਰੇ ਨਾਂ ਹੈ, ਆਹ ਉਹਦੀ ਬੀਵੀ ਦੇ ਨਾਂ ਹੈ, ਆਹ ਵੀ ਮੇਰੇ ਪੁੱਤਰ ਦੇ ਨਾਂ ਹੈ। ਆਹ ਵੇਖੋ, ਆਹ ਕਾਪੀਆਂ ਵੀ ਅਸੀਂ ਨਾਲ ਲੈ ਕੇ ਗਏ ਹਾਂ ਚੌਂਕੀ। ਆਹ ਵੇਖੋ, ਆਹ ਅਸੀਂ ਕਰਜ਼ਾ ਲਿਆ ਹੋਇਆ। ਇੰਨੇ ਬੈਂਕਾਂ ਤੋਂ ਪੁੱਛਿਆ ਜਾਏ ਵੀ ਵਾਕਿਆ ਇਹਨਾਂ ਨੇ ਕਰਜ਼ਾ ਲਿਆ ਹੋਇਆ। ਜੇ ਅਸੀਂ ਮਨਸ਼ਿਆਤ ਵੇਚ ਗਏ ਤੇ ਅਸੀਂ ਕਰਜ਼ੇ ਦੇ ਥੱਲੇ ਨਾ ਹੋਈਏ, ਸਾਡੇ ਘਰ ਵੀ ਪੈਸੇ ਕਾਫੀ ਹੋਣ। ਫਿਰ ਉਹਨਾਂ ਨੇ ਸਾਡੇ ਨਾਲ ਇਹ ਕੀਤੀ ਹੈ। ਉਹ ਇਰਫਾਨ ਨੇ ਮੈਨੂੰ ਸੁਨੇਹਾ ਭੇਜਿਆ ਤੇ ਤੂੰ ਕਿਤੇ ਅੱਗੇ ਪਿੱਛੇ ਮਾਈ ਜਾ ਕੇ ਪੇਸ਼ ਹੋਈ ਨਾ ਪੁੱਤਰ ਦੇ ਖਿਲਾਫ ਵੀ ਮੇਰੇ ਪੁੱਤਰ ਨੂੰ ਲੈ ਗਏ ਨੇ ਤੇ ਤੇਰਾ ਵੀ ਪਰਚਾ ਦੇ ਦਿਆਂਗੇ, ਇਹ ਦਿਲ 'ਚੋਂ ਚਾਹ ਕੱਢ ਦੇਣੀ। ਮੈਂ ਕਿਹਾ ਚਲੋ ਭਾਈ ਤੂੰ ਜੋ ਕਰ ਸਕਣਾ ਕਰ ਸਕਣਾ ਹੈ। ਰਾਤ ਦੇ 11 ਦਾ ਟਾਈਮ ਹੈ ਜੀ। ਅੱਲਾ ਰੱਖੀ ਫਿਰ ਕੀ ਹੋਇਆ ਬਈ? ਸਾਡੇ ਤੋਂ ਫਿਰ ਮੰਗਦੇ ਰਹੇ ਨੇ ਲੱਖ ਰੁਪਈਆ, ਅਸੀਂ ਨਹੀਂ ਦੇ ਸਕੇ। ਇੱਕ ਮੇਰਾ ਮੁੰਡਾ ਫੜਿਆ ਹਫਤੇ ਦੀ ਰਾਤ, ਨਾਲ ਹੀ ਆਹ 2 ਭਾਈ ਫੜੀਚੇ ਨੇ, ਇਹ ਵੀ ਸਾਡੇ ਗੁਆਂਢੀ ਨੇ। ਮੇਰਾ ਮੁੰਡਾ ਅਸੀਂ ਨਹੀਂ ਲੱਖ ਰੁਪਈਆ ਦੇ ਸਕੇ। ਸੋਮਵਾਰ ਨੂੰ 8-7 ਵਜੇ ਤਕਰੀਬਨ ਉਹਨਾਂ ਪਰਚਾ ਦੇ ਦਿੱਤਾ ਮੇਰੇ ਪੁੱਤਰ ਦਾ, ਨੈਣ ਸੀ ਦਾ 1400 ਪਾ ਦਿੱਤੀ ਹੈ। ਇਹਨਾਂ ਨੇ ਪੈਸੇ ਇਹਦੇ ਭਰੇ ਨੇ ਤੇ ਇਹਦੀ ਅੱਜ ਜ਼ਮਾਨਤ ਕਰਵਾ ਕੇ ਲੈ ਆਏ ਨੇ। ਇਹਦੇ ਭਰਾ ਦੇ ਪੈਸੇ ਨਹੀਂ ਭਰ ਸਕੇ ਬਾਸ ਗੁਜਰ ਦੇ ਤੇ ਉਹਦਾ ਵੀ ਨੈਂਸੀ ਦਾ ਉਹਨਾਂ ਪਰਚਾ ਦੇ। ਤੁਸੀਂ DPO ਕਸੂਰ, ਵਜ਼ੀਰ ਆਲਾ ਪੰਜਾਬ ਔਰ ਵਜ਼ੀਰ ਆਜ਼ਮ ਪਾਕਿਸਤਾਨ ਦੇ ਅੱਗੇ ਕੀ ਮੁਤਾਲਬਾ ਰੱਖਦੇ ਹੋ? ਅਸੀਂ ਇਹ ਮੁਤਾਲਬਾ ਕਰਨੇ ਆ ਕਿ ਵਿਹੜੇ ਮਹੱਲੇ 'ਚੋਂ ਪੂਰੇ ਪਿੰਡ 'ਚ ਆਣ ਕੇ ਤਕਸੀਰ ਕੀਤੀ ਜਾਵੇ ਕਿ ਅਸੀਂ ਸਾਡਾ ਇਸ ਕੰਮ ਨਾਲ ਕੋਈ ਵਾਸਤਾ ਨਹੀਂ। ਮੇਰੇ ਪੁੱਤਰ ਦੀ ਆਹ ਦੁਕਾਨ ਹੈ ਰੋਡ ਦੇ ਉੱਤੇ, ਅੱਜ ਤੋਂ ਪਿੱਛੇ 4 ਸਾਲਾਂ ਦੀ ਪੰਜਾਂ ਦੀ।
ਕਿਸੇ ਨੂੰ ਵੀ ਆਣ ਕੇ ਪੁੱਛਿਆ ਜਾਏ ਕਰਾਨੀ ਮਾਨੀ ਕਿ ਮੇਰਾ ਪੁੱਤਰ ਇਹ ਕੰਮ ਨਹੀਂ ਕਰਦਾ, ਅਸੀਂ ਇਸ ਕੰਮ ਤੇ ਲਾਹਨਤ ਵੀ ਨਹੀਂ ਪਾਉਂਦੇ।